ਅਸੀਂ ਨਹੀਂ ਚਾਹੁੰਦੇ ਕਿ ਇਹਨੂੰ ਛੋਟੀ ਛੋਟੀ ਗੱਲ ਤੇ ਇਰੀਟੇਟ ਹੋ ਕੇ ਇਹਨੂੰ ਵਾਇਲੇਟ ਕਰੀਏ। ਸਰਕਾਰ ਦੋਨੇ ਪੈਂਤੜੇ ਵਰਤ ਰਹੀ ਹੈ, ਇੱਕ ਪਾਸੇ ਸਾਨੂੰ ਇਰੀਟੇਟ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਸਾਨੂੰ ਡਿਮੋਰਲਾਈਜ਼ ਕਰਨ ਦੀ ਗੱਲ ਕਿ ਅਸੀਂ ਇਹਨੂੰ ਰੱਦ ਕਰਦੇ ਹਾਂ ਜਾਂ ਨਾ ਕਰਦੇ ਹਾਂ। ਰੱਦ ਨਹੀਂ ਕਰੂਗੀ ਅਸੀਂ ਅੰਦੋਲਨ ਨੂੰ ਤੇਜ਼ ਕਰਾਂਗੇ। ਹੋਸ਼ ਔਰ ਜੋਸ਼ ਅਸੀਂ ਦੋਨਾਂ ਨੂੰ ਬਰਾਬਰ ਰੱਖ ਕੇ ਇਸ ਮੈਦਾਨ ਦੇ ਅੰਦਰ ਉਤਰਿਆ। ਸੱਚ ਲਈ ਸਲੀਬਾਂ ਤਿਆਰ ਨੇ, ਫਾਂਸੀਆਂ ਤੇ ਫੰਦੇ ਵੀ, ਲਾਸ਼ਾਂ ਕਦ ਮੁੜ ਕੇ ਦੇ ਦੀਆਂ, ਕਿਹਦੇ ਕਿਹਦੇ ਕੰਧੇ ਸੀ। ਕੁਝ ਲੋਕ ਕਹਿੰਦੇ ਆ ਇੰਨਾ ਸੱਚ ਨਾ ਬੋਲ ਕਿ ਰਹਿ ਜਾਵੇਂ ਇਕੱਲਾ, ਪਰ ਅਸੀਂ ਕਹਿੰਦੇ ਆ ਕਿ ਜੇ ਸੱਚ ਬੋਲਣਾ ਫਿਰ ਪਰਵਾਹ ਨਹੀਂ ਕਰਨੀ ਚਾਹੀਦੀ। ਸੱਚ ਲਈ ਖੜਨ ਵਾਲੇ, ਲੜਨ ਵਾਲੇ ਸਾਡੇ ਬਹੁਤ ਸਾਰੇ ਇਤਿਹਾਸਕ ਲੋਕ ਨਾਇਕ ਨੇ, ਤੇ ਉਹਨਾਂ ਦੇ ਵਿੱਚੋਂ ਅੱਜ ਵੀ ਇਤਿਹਾਸ ਬਣਾਉਣ ਦੇ ਵਾਸਤੇ ਬਹੁਤ ਸਾਰੇ ਲੋਕ ਤਤਪਰ ਨੇ। ਸਰਹੱਦਾਂ ਟੱਪਣੀਆਂ ਤੇ ਫਿਰ ਉਸ ਤੋਂ ਬਾਅਦ ਝੰਡੇ ਕੱਢਣੇ, ਇਹ ਪੰਜਾਬੀਆਂ ਦੇ ਹਿੱਸੇ ਆਉਂਦਾ। ਅੱਜ ਕਿਸਾਨਾਂ ਦੇ ਹਿੱਸੇ ਆਇਆ। ਇਕੱਲੇ ਪੰਜਾਬੀਆਂ ਦੀ ਲੜਾਈ ਨਹੀਂ, ਕਿਸਾਨਾਂ ਦੀ ਲੜਾਈ ਹੈ, ਧਰਤੀ ਪੁੱਤਰਾਂ ਦੀ ਲੜਾਈ ਹੈ। ਕੇਂਦਰ ਸਰਕਾਰ ਅਣਮਨ ਹੈ ਕਈ ਮਸਲਿਆਂ ਤੇ ਦੂਸਰੇ ਪਾਸੇ ਕਿਸਾਨ ਢਿੰਡ 'ਚ ਕੰਨ ਪਾਈ ਬੈਠੇ। ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ, ਕਿਤੇ ਹਾਂ ਤੇ ਕਿਤੇ ਨਾ, ਤੇ ਅੱਜ ਇੱਕੋ ਗੱਲ ਹੀ ਕਹਿ ਕੇ ਆ ਗਏ ਨੇ ਕਿਸਾਨ ਯੈਸ ਔਰ ਨੋ। ਜਿਹੜੇ ਡੈਲੀਗੇਟ ਗਏ ਸੀ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ, ਉਹਨਾਂ 'ਚੋਂ ਸਰਦਾਰ ਗੁਰਬਖਸ਼ ਸਿੰਘ ਜੈ ਕਿਸਾਨ ਅੰਦੋਲਨ ਦੇ ਨਾਲ ਜੁੜੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹ ਸਾਡੇ ਨਾਲ ਜੁੜੇ, ਤੁਹਾਡੇ ਨਾਲ ਜੁੜੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੁਰਬਖਸ਼ ਸਿੰਘ ਜੀ, ਬਾਬੇ ਦੀ ਬਖਸ਼ਿਸ਼ ਹੈ ਤੁਹਾਡੇ ਤੇ ਅੱਜ ਕੀ ਬਖਸ਼ ਕੇ ਆਏ ਹੋ ਜੀ ਸਰਕਾਰ ਨੂੰ? ਦੇਖੋ, ਅਸੀਂ ਸਰਕਾਰ ਨੂੰ ਕੁਝ ਬਖਸ਼ ਕੇ ਨਹੀਂ ਆਏ, ਸਰਕਾਰ ਤੋਂ ਕੁਝ ਉਹ ਨਹੀਂ ਕਰਕੇ ਆਏ। ਅਸੀਂ ਆਪਦੇ ਹੱਕ ਲਈ ਗਏ ਸੀ ਸਰਕਾਰ ਕੋਲੇ। ਸਰਕਾਰ ਨੇ ਜੋ ਪਿਛਲੇ ਸਮੇਂ ਸਾਡੇ ਨਾਲ ਧੱਕਾ ਕੀਤਾ, ਅਸੀਂ ਧੱਕੇ ਦਾ ਇਨਸਾਫ ਲੈਣ ਲਈ ਗਏ ਸੀ। ਅਸੀਂ ਕੋਈ ਸਰਕਾਰ ਤੇ ਦਬਾਅ ਬਣਾਉਣ ਇਸ ਕਰਕੇ ਨਹੀਂ ਸੀ ਗਏ ਕਿ ਅਸੀਂ ਕੁਝ ਸਰਕਾਰ ਤੋਂ ਵਾਧੂ ਮੰਗਦੇ ਹਾਂ। ਕਿਉਂ ਪਿਛਲੇ ਸਮੇਂ 'ਚ ਸਰਕਾਰ ਨੇ ਪਹਿਲਾਂ 3 ਆਰਡੀਨੈਂਸ ਲਿਆਂਦੇ, ਉਸ ਤੋਂ ਬਾਅਦ ਉਹਨਾਂ ਨੂੰ ਧੱਕੇ ਨਾਲ ਕਾਨੂੰਨ ਦੇ ਰੂਪ 'ਚ ਬਦਲਿਆ। ਅਸੀਂ ਉਹ ਧੱਕੇ ਦੇ ਖਿਲਾਫ ਗਏ ਸੀ ਸਰਕਾਰ ਕੋਲੇ, ਔਰ ਸਰਕਾਰ ਨੇ ਲਗਾਤਾਰ ਸਾਡੇ ਨਾਲ ਅੱਜ ਇਹ 5ਵੀਂ ਮੀਟਿੰਗ ਸੀ, ਔਰ ਪਹਿਲੀਆਂ 4 ਮੀਟਿੰਗਾਂ ਦੇ ਅੰਦਰ ਸਰਕਾਰ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਸੀ ਕਿ ਜਿਹੜੇ ਕਿਸਾਨ ਨੇ ਉਹ ਅਸਲ 'ਚ ਕਾਨੂੰਨਾਂ ਬਾਰੇ ਜਾਣਕਾਰ ਨਹੀਂ, ਕਾਨੂੰਨਾਂ ਬਾਰੇ ਉਹਨਾਂ ਨੇ ਸਟੱਡੀ ਨਹੀਂ ਕੀਤੀ, ਉਹਨਾਂ ਨੂੰ ਭੁਲੇਖਾ ਹੈ, ਉਹਨਾਂ ਨੂੰ ਕਿਸੇ ਨੇ ਫਸਲਾਇਆ ਹੋਇਆ ਕਿ ਇਸ ਕਰਕੇ ਅਸੀਂ ਉਹਨਾਂ ਨੂੰ ਸਮਝਾਵਾਂਗੇ। ਪਰ ਪਿਛਲੀ 3 ਦਸੰਬਰ ਵਾਲੀ ਮੀਟਿੰਗ ਦੇ ਅੰਦਰ ਅਸੀਂ ਕੇਂਦਰ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਤਾ ਸੀ, ਇਸ ਗੱਲ ਲਈ ਕਾਇਲ ਕਰ ਲਿਆ ਸੀ ਕਿ ਅਸਲ ਜਿਹੜੇ ਤੁਸੀਂ ਕਾਨੂੰਨ ਬਣਾਏ ਨੇ ਉਹ ਕਾਨੂੰਨਾਂ ਦੇ ਅੰਦਰ ਬਹੁਤ ਵੱਡੀਆਂ ਖਾਮੀਆਂ ਨੇ, ਔਰ ਜਿਹੜੀਆਂ ਦੇਸ਼ ਨੂੰ ਔਰ ਦੇਸ਼ ਦੀ ਖੇਤੀ ਨੂੰ ਤਬਾਹ ਕਰਕੇ ਰੱਖ ਦੇਣਗੀਆਂ। ਅਸੀਂ ਉਹਨਾਂ ਤੇ ਕਿਹੜੀਆਂ ਗਿਣਾ ਕੇ ਆਏ ਹੋ ਅੱਜ ਤੁਸੀਂ? ਮੈਨੂੰ ਪਤਾ ਲੱਗਿਆ ਕਿ 8 ਖਾਮੀਆਂ ਤੁਸੀਂ ਕੱਢੀਆਂ ਤੇ ਸਰਕਾਰ ਨੇ ਮੰਨ ਵੀ ਲਈਆਂ। ਸਭ ਤੋਂ ਪਹਿਲੀ ਖਾਮੀ ਤਾਂ ਇਹ ਹੈ ਕਿ ਜਿਹੜੀ ਸਰਕਾਰ ਮੰਡੀ ਖੇਤੀ ਨੂੰ ਵਪਾਰ ਦੇ ਰੂਪ 'ਚ ਬਦਲਣਾ ਚਾਹੁੰਦੀ ਹੈ। ਅਸਲ 'ਚ ਖੇਤੀ ਕੋਈ ਵਪਾਰ ਨਹੀਂ, ਇਹ ਦੇਸ਼ ਦੀ ਸਾਰਗ ਹੈ। ਇਹਦੇ ਬਿਨਾਂ ਦੇਸ਼ ਜਿਉਂਦਾ ਨਹੀਂ ਰਹਿ ਸਕਦਾ, ਇਹਦੇ ਬਿਨਾਂ ਮਾਨਵਤਾ ਜਿਉਂਦੀ ਨਹੀਂ ਰਹਿ ਸਕਦੀ, ਔਰ ਬਹੁਤ ਸਾਰੇ ਹੋਰ ਪ੍ਰਜਾਤੀਆਂ ਵੀ ਜਿਉਂਦੀਆਂ ਨਹੀਂ ਰਹਿ ਸਕਦੀਆਂ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਖੇਤੀ ਵਪਾਰ ਨਹੀਂ, ਸਰਕਾਰ ਇਹਨੂੰ ਵਪਾਰ ਦੇ ਰੂਪ 'ਚ ਲੈਂਦੀ ਹੈ, ਇਹਨੂੰ ਖੇਤੀ ਨੂੰ ਧੰਦੇ ਦੇ ਰੂਪ 'ਚ ਲੈਂਦੀ ਹੈ, ਉਹਨੂੰ ਖੇਤੀ ਨੂੰ ਸਾਰਗ ਦੇ ਰੂਪ 'ਚ ਨਹੀਂ ਲੈਂਦੀ। ਇੱਕ ਗੱਲ ਉਹਨੂੰ ਅਸੀਂ ਕਿਹਾ ਕਿ ਤੁਸੀਂ ਇਹਨੂੰ ਟ੍ਰੇਡ ਦੇ ਅੰਦਰ ਲਿਆ ਕੇ AMPC ਮੰਡੀਆਂ ਦੇ ਬਰਾਬਰ, ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਪਲੇਅਰਾਂ ਨੂੰ ਮੰਡੀਆਂ ਬਣਾਉਣ ਦੀ ਇਜਾਜ਼ਤ ਦੇ ਰਹੇ ਹੋ, ਜਿਹਦੇ ਨਾਲ ਉਹਦੇ ਤੋਂ ਮੰਡੀਆਂ ਤੋਂ ਜਿਹੜਾ ਟੈਕਸ ਵਸੂਲਣਾ ਸੀ ਮਾਰਕੀਟ ਕਮੇਟੀ ਨੇ ਉਹਦੇ ਤੇ ਵੀ ਛੋਟ ਦੇ ਰਹੇ ਹੋ, ਜਿਹਦੇ ਨਾਲ ਪੂਰਾ ਦੇਸ਼ ਨੇ ਤਬਾਹ ਹੋਣਾ ਹੈ। ਪਹਿਲੀ ਗੱਲ ਤਾਂ ਇਹ ਕਿ ਉਹ ਮੰਡੀਆਂ ਨੂੰ ਤੁਸੀਂ ਜੇ ਹਰੇਕ ਫਸਲ ਦੀ ਆਪਾਂ 2000 ਔਸਤ ਕੀਮਤ ਲਾ ਲਈਏ ਤਾਂ ਘੱਟੋ ਘੱਟ 165 ਰੁਪਏ ਕੁਆਂਟਲ ਪ੍ਰਤੀ ਕੁਆਂਟਲ ਸਰਕਾਰ ਨੂੰ ਨੁਕਸਾਨ ਹੋਣਾ ਹੈ। ਉਹ ਸਿੱਧਾ RDF ਬਣਦਾ, ਰੂਰਲ ਡਿਵੈਲਪਮੈਂਟ ਫੰਡ ਬਣਦਾ। ਜੇ ਉਹ ਰੂਰਲ ਡਿਵੈਲਪਮੈਂਟ ਫੰਡ ਨਹੀਂ ਆਉਂਦਾ ਤਾਂ ਪਿੰਡਾਂ ਦਾ ਵਿਨਾਸ਼ ਹੋਣਾ। ਜੇ ਪਿੰਡਾਂ ਦਾ ਵਿਨਾਸ਼ ਹੋਣਾ ਤਾਂ ਪੂਰੇ ਦੇਸ਼ ਦਾ ਸਟਰਕਚਰ ਨੇ ਬਦਲਣਾ, ਪੂਰੇ ਦੇਸ਼ ਦਾ ਵਿਨਾਸ਼ ਹੋਣਾ। ਇਸ ਕਰਕੇ ਅਸੀਂ ਉਹਨਾਂ ਨੂੰ ਜਦੋਂ ਇਹ ਗੱਲ ਰੱਖੀ, ਇਸ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਇਸੇ ਤਰ੍ਹਾਂ ਅਸੀਂ ਉਹਨੂੰ ਕਮਰਸ ਵਾਲੀ ਗੱਲ ਰੱਖੀ, ਇਹ ਬਹੁਤ ਸਾਰੇ ਨੁਕਤੇ ਰੱਖੇ, ਔਰ ਬਹੁਤ ਸਾਰੇ ਨੁਕਤਿਆਂ 'ਚ ਉਹਨਾਂ ਨੂੰ ਮੰਨਣਾ ਪਿਆ। ਇੱਕ ਬੜਾ ਅਹਿਮ ਨੁਕਤਾ ਹੈ ਜਿਹੜਾ ਉਹ ਚੱਲ ਰਿਹਾ ਹੈ ਕਿ ਜਦੋਂ ਕੋਈ ਕਾਰਪੋਰੇਟ ਫਸਲ ਖਰੀਦੂਗਾ ਜਾਂ ਫਿਰ ਕੋਈ ਵੀ ਬੰਦਾ ਹੈ ਆਧਾਰ ਕਾਰਡ ਦੇ ਜ਼ਰੀਏ ਫਸਲ ਖਰੀਦੂਗਾ, ਜੇ ਤੁਹਾਡੀ ਉਹ ਅਦਾਇਗੀ ਨਹੀਂ ਕਰਦਾ ਤੇ SDM ਦੇ ਕੋਲੇ ਜਾਓਗੇ। ਇਹ ਮਸਲਾ ਵੀ ਬੜਾ ਅਹਿਮ ਹੈ। ਇਹ ਮਸਲੇ ਤੇ ਸਰਕਾਰ ਪਿੱਛੇ ਹਟੀ ਹੈ। ਉਹ ਕਹਿੰਦੀ ਵੀ ਅਸੀਂ ਇਹਨੂੰ ਜੁਡੀਸ਼ਰੀ ਦੇ ਘੇਰੇ 'ਚ ਲਿਆਉਂਦੇ ਹਾਂ। ਅਸੀਂ SDM ਇਸ ਕਰਕੇ ਲਿਆਂਦਾ ਸੀ ਵੀ ਉਹ ਕਿਸਾਨਾਂ ਦੇ ਨੇੜੇ ਹੁੰਦੇ। ਅਸਲ ਗੱਲ ਇਹ ਨਹੀਂ ਸੀ, ਅਸਲ ਗੱਲ ਤਾਂ ਇਹ ਸੀ ਕਿ ਸਰਕਾਰ ਦੇ ਅਧੀਨ, ਕਾਰਪੋਰੇਟਾਂ ਦੇ ਅਧੀਨ ਹੀ ਉਹਨੂੰ ਸਰਕਾਰ ਵਿਰੋਧੀ ਫੈਸਲੇ ਕਰਾਉਣ ਲਈ ਸੀ। ਇਹ ਤਾਂ ਜਿੰਨੇ ਨੁਕਤੇ ਉਹਨਾਂ ਨੂੰ ਪੇਸ਼ ਕੀਤੇ ਉਹ ਤਾਂ ਉਹਨਾਂ ਤੇ ਮੰਨ ਲਿਆ ਉਹਨਾਂ ਨੇ ਕਿ ਸਾਤੋਂ ਗਲਤ ਹੋ ਗਿਆ। ਉਹ ਤਾਂ ਇਹ ਵੀ ਕਹਿੰਦੀ ਹੈ। ਸਿੰਘ ਜੀ, ਇੱਕ ਗੱਲ ਕਿਉਂ ਹੈ ਕਿ ਸਰਕਾਰ ਬਹੁਤ ਸਾਰੇ ਫੈਸਲੇ ਕਰਦੀ ਹੈ, ਉਹ ਬਾਅਦ ਦੇ ਵਿੱਚ ਪਤਾ ਲੱਗਦਾ ਸੱਚੀ ਗਲਤ ਹੋ ਗਿਆ। ਨੋਟਬੰਦੀ ਵਾਲਾ ਕਿਹੜਾ ਠੀਕ ਸੀ ਜਾਂ ਬਾਕੀ ਵੀ ਕਿਹੜੇ ਠੀਕ ਸੀ, ਐਂ ਕਿਉਂ ਹੋ ਰਿਹਾ? ਦੇਖੋ, ਜੇ ਤਾਂ ਸਰਕਾਰ ਚੱਲੇ ਪ੍ਰੋ ਪੀਪਲ, ਜਦੋਂ ਦਾ WTO ਵਾਲਾ ਸਮਝੌਤਾ ਹੋਇਆ ਉਸ ਤੋਂ ਬਾਅਦ ਸਰਕਾਰ ਕਾਰਪੋਰੇਟਾਂ ਦੇ ਅਧੀਨ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਇੱਥੇ ਲਿਆਉਣ ਔਰ ਉਹਨਾਂ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਜਦੋਂ ਉਹਨਾਂ ਦੀ ਪ੍ਰਮੋਸ਼ਨ 'ਚ ਲੱਗੂਗੀ ਫਿਰ ਆਮ ਜਨਤਾ ਦਾ ਧਿਆਨ ਕਿਸੇ ਵੀ ਹਾਲਤ 'ਚ ਰਹਿ ਹੀ ਨਹੀਂ ਸਕਦਾ। ਇਸ ਕਰਕੇ ਉਹ ਉਹਨਾਂ ਨੀਤੀਆਂ ਨੂੰ ਜਦੋਂ ਲਾਗੂ ਕਰਦੀ ਹੈ, ਭਾਵੇਂ ਮਨਮੋਹਨ ਸਿੰਘ ਹੋਵੇ ਤੇ ਭਾਵੇਂ ਹੋਵੇ
ਮੋਦੀ ਜੀ, ਉਹ ਉਹਨਾਂ ਨੀਤੀਆਂ ਤੇ ਅੱਗੇ ਵਧ ਰਹੇ ਨੇ, ਮੂਹਰੇ ਨੇ ਇੱਕ ਮੂਹਰੇ ਕੋਈ ਵੀ। ਮੂਹਰੇ ਨੇ। ਅੱਛਾ, ਤੇ ਅੱਜ ਤੁਸੀਂ ਜਿਹੜੀ ਮੀਟਿੰਗ ਕਰਕੇ ਆਏ ਹੋ ਉਹਦੇ ਚ ਇੱਕ ਗੱਲ ਹੋਰ ਜਿਹੜੀ ਬੜੀ ਅਹਿਮ ਆ, ਉਹ ਆਖਿਆ ਗਿਆ ਕਿ ਜਿਹੜੇ ਬੱਚੇ ਨੇ, ਛੋਟੇ ਬੀਬੀਆਂ ਨੇ ਤੇ ਸੀਨੀਅਰਸ ਨੇ, ਉਹਨਾਂ ਨੂੰ ਭੇਜ ਦਿੱਤਾ ਜਾਵੇ। ਇਹਦੇ ਤੇ ਕੀ ਹੈਗਾ ਤੁਹਾਡਾ ਕਹਿਣਾ? ਦੇਖੋ, ਸਰਕਾਰ ਕਿਸੇ ਵੀ ਢੰਗ ਨਾਲ ਅੰਦੋਲਨ ਨੂੰ ਫੇਲ ਕਰਨ ਲਈ, ਅੰਦੋਲਨ ਨੂੰ ਦਬਾਉਣ ਲਈ ਹੱਥਕੰਡੇ ਵਰਤਦੀ ਹੈ। ਉਹਦੇ ਸਾਹਮਣੇ ਸਪਸ਼ਟ ਹੈ ਕਿ ਬੀਬੀਆਂ ਔਰ ਬੱਚੇ ਜਦੋਂ ਮੈਦਾਨ ਦੇ ਅੰਦਰ ਨੇ, ਜੇ ਅਸੀਂ ਇਹਨਾਂ ਤੇ ਰਿਪਰੈਸ਼ਨ ਕਰਾਂਗੇ, ਇਹਨਾਂ ਤੇ ਕੋਈ ਅਤਿਆਚਾਰ ਕਰਾਂਗੇ, ਤਾਂ ਪੂਰੇ ਵਰਲਡ ਦੇ ਅੰਦਰ ਸਾਡੀ ਬੜੀ ਵੱਡੀ ਬਦਨਾਮੀ ਹੋਣੀ। ਭਾਵੇਂ ਇਹਨਾਂ ਕਾਨੂੰਨਾਂ ਨੂੰ ਲਿਆ ਕੇ, ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ, ਪੂਰੀ ਦੁਨੀਆ ਦੇ ਅੰਦਰ ਇਹਨਾਂ ਦੀ ਬੜੀ ਵੱਡੀ ਬਦਨਾਮੀ ਹੋਈ ਹੈ। ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੱਕ ਇਹਨਾਂ ਨੂੰ ਅਪੀਲਾਂ ਆਈਆਂ ਨੇ, ਇਹਨਾਂ ਨੂੰ ਲੈਟਰ ਆਏ ਨੇ ਕਿ ਤੁਸੀਂ ਗਲਤ ਕਰ ਰਹੇ ਹੋ, ਪਰ ਫਿਰ ਵੀ ਉਹ ਦੋਏ ਬਾਲਾ ਔਰ ਛਲ ਦੀ ਨੀਤੀ ਤੇ ਚੱਲ ਰਹੇ ਨੇ। ਇੱਕ ਪਾਸੇ ਬਲ ਦੀ ਨੀਤੀ ਹੈ, ਦੂਜੇ ਪਾਸੇ ਛਲ ਦੀ ਨੀਤੀ ਹੈ। ਉਹਨਾਂ ਨੂੰ ਇਹ ਹੈ ਕਿ ਬੀਬੀ ਬੱਚੀਆਂ ਦੇ ਨਾਂ ਤੇ ਜੇ ਅਸੀਂ ਉਹਨਾਂ ਨੂੰ ਵਾਪਸ ਭੇਜਦੇ ਹਾਂ, ਜਿਹੜੇ ਅੱਧਖੜ ਤੇ ਨੌਜਵਾਨ ਰਹਿ ਜਾਣਗੇ, ਉਹਨਾਂ ਨੂੰ ਅਸੀਂ ਕਿਸੇ ਵੀ ਢੰਗ ਨਾਲ ਦਬਾਉਣ ਲਈ, ਉਹਨਾਂ ਤੇ ਕੋਈ ਅਤਿਆਚਾਰ ਕਰਨ ਲਈ ਕੋਈ ਢੰਗ ਤਰੀਕਾ ਅਪਣਾ ਸਕਦੇ ਹਾਂ। ਸਾਡੀ ਸਰਕਾਰ ਨੂੰ ਕਿਸਾਨ ਅਨਪੜ੍ਹ ਲੱਗਦੇ ਆ, ਪਰ ਅੱਜ ਉਹਨਾਂ ਦੇ ਮੁਤਾਬਕ ਅਨਪੜ੍ਹ ਸਮਝੇ ਜਾਂਦੇ ਕਿਸਾਨਾਂ ਨੇ ਵਕਤ ਕਿਉਂ ਪਾਤਾ ਜੀ? ਦੇਖੋ, ਕਿਸਾਨ ਜਿਹੜਾ ਬੰਦਾ ਖੇਤੀ ਨੂੰ ਡਿਵੈਲਪ ਕਰਕੇ ਆਪਣੇ ਤੌਰ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਮੰਗ ਖਾਣ ਤੋਂ, ਉਹਨਾਂ ਦੇ ਅਨਾਜ ਭੰਡਾਰ ਭਰ ਕੇ 3-3 ਸਾਲਾਂ ਦਾ ਸਟਾਕ ਜਮ੍ਹਾਂ ਕਰ ਸਕਦਾ ਹੈ, ਉਹਨੂੰ ਅਨਪੜ੍ਹ ਕਿਵੇਂ ਕਹਾਂਗੇ? ਇਹ ਸਿਰਫ ਕਾਗਜ਼ੀ ਪੜ੍ਹਾਈ ਨੂੰ ਮੰਨਦੇ ਨੇ। ਕਿਸਾਨਾਂ ਕੋਲੇ ਅਮਲੀ ਪੜ੍ਹਾਈ ਹੈ, ਅਮਲੀ ਖੇਤੀ ਨਾਲੋਂ ਜੁੜੇ। ਕਿੱਲੇ 'ਚ ਕਿੰਨੀ ਸਰੋਂ ਪੈਂਦੀ? ਸਾਨੂੰ ਪਤਾ ਕਿੱਲੇ 'ਚ ਸਰੋਂ ਕਿੰਨੀ ਪੈਂਦੀ ਹੈ, ਸਾਨੂੰ ਪਤਾ ਕਿੱਲੇ 'ਚ ਕਣਕ ਕਿੰਨੀ ਪੈਂਦੀ ਹੈ, ਸਾਨੂੰ ਪਤਾ ਕਿੱਲੇ 'ਚੋਂ ਕਣਕ ਕਿੰਨੀ ਨਿਕਲੂ, ਇਹ ਵੀ ਪਤਾ ਕਿ ਨਿਕਲੂਗੀ ਕਿੰਨੀ। ਅਸੀਂ ਤਾਂ ਤੁਰੇ ਜਾਂਦੇ ਖੇਤ ਦੱਸਦੇ ਹਾਂ ਇੰਨੇ ਕਰਮਾਂ ਦਾ। ਨਹੀਂ, ਕਈ ਉਹ ਤਾਂ ਇਹ ਦੱਸਦੇ ਨੇ ਕਿ ਇੱਦਾਂ ਤਾਂ ਮੁਨਾਫੇ ਦਾ ਕੋਈ ਧੰਦਾ ਹੀ ਨਹੀਂ, ਇੱਕ ਦਾਣਾ ਬੀਜਦੇ ਆ 50 ਦਾਣੇ ਹੋ ਜਾਂਦੇ ਨੇ। ਉਹ ਤਾਂ ਆਪਦੇ ਆਪ ਨੂੰ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਕਿਸਾਨ ਬੜਾ ਖੁਸ਼ਹਾਲ ਹੈ, ਇਹਦੇ ਕੋਲੇ ਬੜੇ ਪੈਸੇ ਨੇ, ਇਹ ਤਾਂ 50 ਗੁਣਾ ਹੋ ਜਾਂਦਾ 6 ਮਹੀਨਿਆਂ 'ਚ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ 50 ਗੁਣਾ ਕਰਨ ਲਈ ਕਿੰਨੀ ਇਨਵੈਸਟ ਹੁੰਦੀ ਹੈ, ਔਰ ਕਿੰਨਾ ਇਹਦੇ ਤੇ ਲੇਬਰ ਲੱਗਦੀ ਹੈ, ਔਰ ਕਿੰਨੀ ਜਿਹੜੀ ਪ੍ਰੋਪਰਟੀ ਹੈ ਉਹ ਇਹਦੇ ਅੰਦਰ ਮਤਲਬ ਯੂਜ਼ ਹੁੰਦੀ ਹੈ। ਗੁਰਬਖਸ਼ ਸਿੰਘ ਜੀ, ਅੱਜ ਵਾਕਆਊਟ ਸਰਕਾਰ ਨੇ ਕੀਤਾ। ਵੈਸੇ ਤਾਂ ਵਿਰੋਧੀ ਧਿਰ ਕਰਦੀ ਹੁੰਦੀ ਹੈ, ਅੱਜ ਤਾਂ ਇੱਕ ਤਰ੍ਹਾਂ ਦੀ ਅੰਦਰ ਕਿਸਾਨਾਂ ਦੀ ਸਰਕਾਰ ਬਣ ਗਈ ਸੀ, ਵਿਰੋਧੀ ਧਿਰ ਸਰਕਾਰ ਬਣ ਗਈ ਸੀ। ਜਦੋਂ ਕਿਸੇ ਬੰਦੇ ਕੋਲੇ ਕੋਈ ਦਲੀਲ ਨਾ ਰਹੇ ਨਾ, ਉਹ ਫਿਰ ਕੁਛ ਗੱਲਾਂ ਤੇ ਖਹਿੜਾ ਛਡਾਉਂਦੀ ਹੁੰਦੀ ਆ। ਉਹਨੂੰ ਐਂ ਲੱਗਦਾ ਹੁੰਦਾ ਵੀ ਹੁਣ ਜਦੋਂ ਡੈਡਲਾਕ ਪੈਦਾ ਹੋ ਗਿਆ, ਕੋਈ ਦਲੀਲ ਨਾ ਰਹੀ ਵੀ ਅੱਗੇ ਬੋਲੋ, ਜਦੋਂ ਕੋਈ ਦਲੀਲ ਨਾ ਰਹੀ, ਉਹਦਾ ਹੁੰਦਾ ਵੀ ਤੁਸੀਂ ਸੋਚ ਲਓ, ਅਸੀਂ ਸੋਚ ਲੈਂਦੇ ਹਾਂ। ਅਸੀਂ ਕਿਹਾ ਵੀ ਅਸੀਂ ਤਾਂ ਇੱਥੇ ਸੋਚੀ ਬੈਠੇ ਹਾਂ ਤੇ ਤੁਸੀਂ ਸੋਚ ਲਓ। ਉਹ 2 ਵਾਰੀ ਗਏ ਨੇ ਅੰਦਰ ਸੋਚਣ, 2 ਵਾਰੀ ਸਰਕਾਰ ਕਾਨਫਰੰਸ ਹਾਲ 'ਚ ਉੱਠ ਕੇ ਅੰਦਰ ਗਈ ਹੈ। ਕੀ ਸੋਚ ਕੇ ਆਈ ਹੈ, ਕੀ ਨਾ ਸੋਚ ਕੇ ਆਈ ਹੈ, ਉਹਦੇ ਬਾਰੇ ਅਸੀਂ ਜਦੋਂ ਫਿਰ ਵੀ ਡੈਡਲਾਕ ਜਾਰੀ ਰਿਹਾ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣੀ ਗੱਲ ਬੜੀ ਸਪਸ਼ਟ ਰੂਪ 'ਚ ਕਹਿਤੀ ਕਿ ਇਹ ਕਾਨੂੰਨ ਸੰਵਿਧਾਨ ਦੇ ਵੀ ਵਿਰੋਧੀ ਨੇ, ਇਹ ਫੈਡਰਲ ਢਾਂਚੇ ਨੂੰ ਵੀ ਤੋੜਦੇ ਨੇ, ਇਹ ਰਾਜਾਂ ਦੇ ਅਧਿਕਾਰਾਂ ਦੇ ਅੰਦਰ ਦਖਲ ਅੰਦਾਜ਼ੀ ਵੀ ਹੈ ਕੇਂਦਰ ਦੀ। ਇਸ ਕਰਕੇ ਅਸੀਂ ਕਾਨੂੰਨਾਂ ਨੂੰ, ਇਹਨਾਂ ਦੇ ਅੰਦਰ ਨੁਕਸ ਵੀ ਨੇ, ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਨੂੰ ਮੁੱਢੋਂ ਸੁੱਢੋਂ ਰੱਦ ਕਰਨ ਦੀ ਮੰਗ ਕਰਦੇ ਹਾਂ। ਤੇ ਉਹ ਜਦੋਂ ਡੈਡਲਾਕ ਪੈਦਾ ਹੋਇਆ, ਤਾਂ ਉਸ ਤੋਂ ਬਾਅਦ ਸਰਕਾਰ ਨੂੰ ਇਹ ਸੀ ਕਿ ਜਦੋਂ ਮੁੜ ਕੇ ਆਵਾਂਗੇ ਇਹ ਪੁੱਛਣਗੇ ਵੀ ਹਾਂ ਕੀ ਸੋਚ ਕੇ, ਗੱਲ ਸ਼ੁਰੂ ਹੋਊਗੀ। ਪਰ ਅਸੀਂ ਉਸ ਗੱਲ ਤੇ ਨਹੀਂ ਆਏ। ਅਸੀਂ ਜਿਹੜੀਆਂ ਫਾਈਲਾਂ ਸਰਕਾਰ ਨੇ ਸਾਨੂੰ ਦਿੱਤੀਆਂ ਸੀ, ਆ ਮੇਰੇ ਕੋਲੇ ਆ ਹੁਣ ਵੀ, ਜਿਹੜੀਆਂ ਫਾਈਲਾਂ ਸਾਨੂੰ ਸਰਕਾਰ ਨੇ ਦਿੱਤੀਆਂ ਸੀ, ਅਸੀਂ ਆਪਣੇ ਮੌਨ ਦੇ ਅੰਦਰ ਹੀ ਉਹਨਾਂ ਨੂੰ ਇਹਦੇ ਉੱਤੇ ਲਿਖ ਕੇ ਕਿ ਯੈਸ ਔਰ ਨੋ 'ਚ ਸਾਨੂੰ ਦੱਸੋ ਕਿ ਕਾਨੂੰਨ ਰੱਦ ਕਰਦੇ ਹੋ ਜਾਂ ਸਾਨੂੰ ਨਾ ਕਰਦੇ ਹੋ ਜਾਂ ਹਾਂ ਕਰਦੇ ਹੋ। ਅਸੀਂ ਉਹਨਾਂ ਨੂੰ ਇਸ ਮਤਲਬ ਇਸ ਗੱਲ ਨਾਲ ਜਵਾਬ ਦਿੱਤਾ। ਜਦੋਂ ਇਸ ਗੱਲ ਲਈ ਮਜਬੂਰ ਕਰਤਾ, ਸਰਕਾਰ ਫੇਰ ਅੰਦਰ ਗਈ। ਇੱਕ ਵਾਰ ਅੰਦਰ ਜਾ ਕੇ ਸਰਕਾਰ ਨੇ ਫੈਸਲਾ ਕੀਤਾ ਕਿ ਸਾਨੂੰ ਕਾਨੂੰਨਾਂ ਨੂੰ ਸਟੱਡੀ ਕਰਨ ਦਾ ਤੇ ਕਾਨੂੰਨਾਂ ਨੂੰ ਹੋਰ ਘੋਖਣ ਦਾ ਸਮਾਂ ਦਿਓ, ਔਰ ਅਸੀਂ ਕਾਨੂੰਨੀ ਮਾਹਰਾਂ ਨਾਲ ਵੀ ਰਾਏ ਕਰਨੀ ਹੈ, ਅਸੀਂ ਸਟੇਟਾਂ ਨਾਲ ਵੀ ਰਾਏ ਕਰਨੀ ਹੈ, ਅਸੀਂ ਸਰਕਾਰ ਨੇ ਵੀ ਰਾਏ ਕਰਨੀ ਹੈ। ਇਸ ਕਰਕੇ ਸਾਨੂੰ ਟਾਈਮ ਦਿਓ। ਤੇ ਫਿਰ ਸਵਾਲ ਇਹ ਨਹੀਂ ਉੱਠਿਆ ਕਿ ਉਦੋਂ ਕਿਹੜਾ ਪੁੱਛ ਨਿਕਲੀ ਸੀ ਵੀ ਜਦੋਂ ਇਹ ਤੁਸੀਂ ਚੁੱਪ ਚਪੀਤੇ ਇਹੋ ਜਿਹੇ ਲਾਗੂ ਕਰ ਦਿੰਦੇ ਹੋ? ਦੇਖੋ, ਇਹ ਸਾਡਾ ਡੈਡਲਾਕ ਸੀ। ਅਸੀਂ ਕਿਹਾ ਵੀ ਹੁਣ ਤੁਸੀਂ ਆਪੇ ਹੀ ਬੋਲੀ ਜਾਂਦੇ ਹੋ, ਸਾਨੂੰ ਇਹਦੇ ਬੋਲਣ ਦੀ ਜ਼ਰੂਰਤ ਨਹੀਂ, ਤੁਸੀਂ ਟਾਈਮ ਲੈ ਲਓ। ਉਹਨਾਂ ਨੇ 7 ਤਰੀਕ ਮੰਗਿਆ। ਅਸੀਂ ਕਿਹਾ ਵੀ 7 ਤਰੀਕ ਤੱਕ ਵੀ ਤੁਸੀਂ ਇਹਨਾਂ ਨੂੰ ਪੂਰਾ ਉਹਨਾਂ ਸਟੱਡੀ ਥਾਰੋਲੀ ਨਹੀਂ ਕਰ ਸਕੋਗੇ ਜਿੰਨਾ ਅਸੀਂ ਸਟੱਡੀ ਕੀਤਾ। ਤੁਸੀਂ 8 ਲੈ ਲਓ, 9 ਲੈ ਲਓ। ਤੇ ਹੁਣ 9 ਤਰੀਕ ਤੈਅ ਹੋਈ ਹੈ ਕਿ 9 ਤਰੀਕ ਤੱਕ ਸਰਕਾਰ ਨੂੰ ਪੜ੍ਹਨ ਦਾ ਟਾਈਮ ਦਿੱਤਾ। ਉਦੋਂ ਪਹਿਲਾਂ ਉਹ ਪ੍ਰਪੋਜ਼ਲਾਂ ਭੇਜਣਗੇ ਕਿ ਅਸੀਂ ਕੀ ਸੋਚਿਆ, ਉਸ ਤੋਂ ਬਾਅਦ 9 ਤਰੀਕ ਨੂੰ ਗੱਲਬਾਤ ਹੋਣੀ ਹੈ। ਉਹਦੇ ਅੰਦਰ ਸਾਡਾ ਬੜਾ ਸਪਸ਼ਟ ਵਿਚਾਰ ਹੈ ਕਿ ਅਸੀਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਹੇਠਾਂ ਕੋਈ ਵੀ ਸਮਝੌਤਾ, ਕੋਈ ਵੀ ਡਿਸਕਸ਼ਨ ਕਰਨ ਲਈ ਤਿਆਰ ਨਹੀਂ। 9 ਤਰੀਕ ਨੂੰ ਫੈਸਲਾ ਹੋਣ ਦੀ ਸੰਭਾਵਨਾ ਲੱਗਦੀ ਹੈ ਜਾਂ ਫਿਰ ਲੰਕਣੀ ਹੈਗਾ? ਦੇਖੋ, ਅਸੀਂ ਬੜੇ ਮਤਲਬ ਅਮਨ ਪਸੰਦ ਸ਼ਹਿਰੀ ਹਾਂ, ਅਮਨ ਪਸੰਦ ਦੇਸ਼ ਦੇ ਨਾਗਰਿਕ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇਹਨੂੰ ਛੋਟੀ ਛੋਟੀ ਗੱਲ ਤੇ ਇਰੀਟੇਟ ਹੋ ਕੇ ਇਹਨੂੰ ਵਾਇਲੇਟ ਕਰੀਏ। ਸਰਕਾਰ ਦੋਨੇ ਪੈਂਤੜੇ ਵਰਤ ਰਹੀ ਹੈ। ਇੱਕ ਪਾਸੇ ਸਾਨੂੰ ਇਰੀਟੇਟ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਸਾਨੂੰ ਡਿਮੋਰਲਾਈਜ਼ ਕਰਨ ਦੀ ਗੱਲ। ਡਿਮੋਰਲਾਈਜ਼ ਹੋਣ ਵਾਲੀ ਗੱਲ ਖਤਮ ਹੋਊਗੀ।
ਇਰੀਟੇਟ ਹੋਣ ਵਾਲੀ ਗੱਲ ਖਤਮ ਹੋ ਗਈ। ਹੁਣ ਤਾਂ ਸਰਕਾਰ ਨੂੰ ਉਹਦੇ ਤੇ ਹਾਂ ਨਾ ਦੱਸਣਾ ਹੀ ਪੈਣਾ ਹੈ ਕਿ ਅਸੀਂ ਇਹਨੂੰ ਰੱਦ ਕਰਦੇ ਹਾਂ ਜਾਂ ਨਾ ਕਰਦੇ ਹਾਂ। ਰੱਦ ਕਰੇਗੀ, ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹੋਏ ਅਸੀਂ ਆਪਦੇ ਘਰਾਂ ਨੂੰ ਜਾਵਾਂਗੇ। ਰੱਦ ਨਹੀਂ ਕਰੂਗੀ, ਅਸੀਂ ਅੰਦੋਲਨ ਨੂੰ ਤੇਜ਼ ਕਰਾਂਗੇ। ਇਹਦੇ ਦੋ ਹੀ ਰਾਹ ਨੇ, ਹੋਸ਼ ਔਰ ਜੋਸ਼। ਅਸੀਂ ਦੋਨਾਂ ਨੂੰ ਬਰਾਬਰ ਰੱਖ ਕੇ ਇਸ ਮੈਦਾਨ ਦੇ ਅੰਦਰ ਉਤਰਿਆ ਔਰ ਇਸ ਲੜਾਈ ਨੂੰ ਉਦੋਂ ਤੱਕ ਲੜਾਂਗੇ ਜਦੋਂ ਤੱਕ ਅਸੀਂ ਇਹਦੇ ਤੇ ਆਪਣੀ ਜਿੱਤ ਪ੍ਰਾਪਤ ਨਹੀਂ ਕਰ ਲੈਂਦੇ। ਸਰਕਾਰ ਵੱਲੋਂ ਕੌਣ ਕੌਣ ਸੀ? ਸਰਕਾਰ ਵੱਲੋਂ 3 ਮੰਤਰੀ ਸੀ, ਬਾਕੀ ਉਹਦੇ ਪੂਰਾ ਲਾਮ ਲਕਸ਼ਰ ਸੀ। ਮੰਤਰੀ ਆਪਣੇ ਪੀਯੂਸ਼ ਗੋਇਲ ਜੀ ਸੀਗੇ, ਮੰਤਰੀ ਆਪਣੇ ਤੋਮਰ ਜੀ ਸੀਗੇ, ਤੇ ਮੰਤਰੀ ਆਪਣੇ ਸੋਮ ਪ੍ਰਕਾਸ਼ ਜੀ ਸੀ। ਸੋਮ ਪ੍ਰਕਾਸ਼ ਜੀ ਵੀ ਇੱਕ ਵਾਰੀ ਉੱਠ ਕੇ ਸਾਨੂੰ ਬਣਾਉਣ ਲਈ ਮਤਲਬ ਸਾਡੇ ਅੰਦਰ ਆਏ ਜਦੋਂ ਡੈਡਲੌਕ ਪੈਦਾ ਹੋਇਆ। ਅਸੀਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਤਾ ਕੇ ਭੇਜਿਆ ਹੋਇਆ ਔਰ ਤੁਸੀਂ ਅੱਜ ਸਰਕਾਰ ਦੇ ਪੱਖ 'ਚ ਨਾ ਖੜ ਕੇ ਲੋਕਾਂ ਦੇ ਪੱਖ 'ਚ ਖੜੋ, ਅਸੀਂ ਤੁਹਾਨੂੰ ਦੁਬਾਰੇ ਵੀ ਭੇਜ ਦਿਆਂਗੇ। ਔਰ ਉਹਨਾਂ ਕੋਲੇ ਵੀ ਕੋਈ ਜਵਾਬ ਨਹੀਂ ਸੀ ਜਦੋਂ ਅਸੀਂ ਉਹਨੂੰ ਤਰਕ ਨਾਲ ਕਿਹਾ। ਉਹ ਇਸ ਗੱਲ ਤੇ ਤਰਕ ਤੇ ਉਹ ਇੰਨੇ ਮਿਊਸ ਹੋ ਗਏ ਕਿ ਮੇਰੇ ਕੋਲੇ ਨਾ ਤਾਂ ਉਹ ਬੜੇ ਕਸੂਤੇ ਫਸੇ ਹੋਏ ਕਿ ਨਾ ਮੈਂ ਸਰਕਾਰ ਨੂੰ ਕੁਝ ਕਹਿ ਸਕਦਾ, ਨਾ ਕਿਸਾਨਾਂ ਦੀ ਗੱਲ ਦਾ ਮੇਰੇ ਕੋਲੇ ਕੋਈ ਨਾ ਕਿਸਾਨਾਂ ਦੀ ਗੱਲ ਦਾ ਮੇਰੇ ਕੋਲੇ ਜਵਾਬ ਹੈ। ਇਸੇ ਕਰਕੇ ਅਸੀਂ ਕਹਿੰਦੇ ਕਿ ਹਰ ਮੁੱਦੇ ਤੇ ਅਸੀਂ ਸਰਕਾਰ ਨੂੰ ਲਾਜਵਾਬ ਕੀਤਾ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਇਹ ਸੀ ਸਰਦਾਰ ਗੁਰਬਖਸ਼ ਸਿੰਘ ਜਿਹੜੇ ਅੱਜ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਹਿੱਸੇਦਾਰੀ ਦੇ ਰੂਪ ਦੇ ਵਿੱਚ ਗਏ ਸੀ, ਡੈਲੀਗੇਟ ਬਣ ਕੇ ਗਏ ਸੀ। ਸਾਡੀਆਂ ਗੱਲਾਂ ਰੱਖੀਆਂ, ਕਿਸਾਨਾਂ ਦੀਆਂ ਗੱਲਾਂ ਰੱਖੀਆਂ। ਅੱਗੇ ਕੀ ਹੋਊਗਾ ਉਹ ਤਾਂ ਸਮਾਂ ਦੱਸੂਗਾ, ਪਰ ਅੱਜ ਤੱਕ ਜੋ ਹੋਇਆ